सत श्री अकाल। मैं डॉक्टर वनीत सहगल, सीनियर न्यूरो फिजिशियन, अमनदीप मेडिसिटी ਅੰਮ੍ਰਿਤਸਰ। ਨਿਊਰੋਲੋਜੀਕਲ ਡਿਸਆਰਡਰਸ यानी कि दिमाग की बीमारियां ਦੀ ਅਵੇਅਰਨੈਸ ਨੂੰ ਵਧਾਉਣ ਲਈ ਅਸੀਂ ਇੱਕ ਮੁਹਿੰਮ ਛੇੜੀ ਹੈ, ਜਿਸ ਦੇ ਤਹਿਤ ਪਿਛਲੀ ਵਾਰ ਅਸੀਂ ਐਪੀਲੈਪਸੀ यानी ਜਿਹਨੂੰ ਕਿ ਮਿਰਗੀ ਅਸੀਂ ਬੋਲਦੇ ਹਾਂ ਉਹਨੂੰ ਡਿਸਕਸ ਕੀਤਾ ਸੀ। ਅੱਜ ਦਾ ਆਪਣਾ ਟੌਪਿਕ ਆਫ ਡਿਸਕਸ਼ਨ ਹੈਗਾ ਸਟ੍ਰੋਕ, ਜਿਹਨੂੰ ਕਿ ਅਸੀਂ ਬ੍ਰੇਨ ਅਟੈਕ ਜਾਂ ਪੈਰਾਲਾਈਜ਼ ਅਟੈਕ ਜਾਂ ਅਧਰੰਗ ਵੀ ਬੋਲਦੇ ਹਾਂ। ਸੋ ਕੀ ਮੋਸਟ ਫ੍ਰੀਕੁਐਂਟਲੀ ਆਸਕ ਕੁਐਸਚਨਸ ਹੈਗੇ ਆ ਸਟ੍ਰੋਕ ਦੇ ਬਾਰੇ ਦੇ ਵਿੱਚ। ਹੁਣ ਵਟ ਇਜ਼ ਸਟ੍ਰੋਕ? ਪਹਿਲਾ ਕੁਐਸਚਨ ਹੈ ਵਟ ਇਜ਼ ਸਟ੍ਰੋਕ ਔਰ ਬ੍ਰੇਨ ਅਟੈਕ ਔਰ ਪੈਰਾਲਾਈਸਿਸ। ਇਹ ਸਟ੍ਰੋਕ ਇੱਕ ਦਿਮਾਗ ਦੀ ਬਿਮਾਰੀ ਹੈ ਜਿਸ ਵਿੱਚ ਦਿਮਾਗ ਦਾ ਇੱਕ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਹੈ। ਹੁਣ ਡਿਪੈਂਡਿੰਗ ਅਪੋਨ ਉਸ ਹਿੱਸੇ ਦਾ ਕੀ ਫੰਕਸ਼ਨ ਹੈ, ਉਹ ਹਿੱਸਾ ਬੋਡੀ ਦੇ ਕਿਸ ਪਾਰਟ ਨੂੰ ਨਿਯੰਤਰਣ ਕਰਦਾ ਹੈ, ਪੇਸ਼ੈਂਟ ਨੂੰ ਉਸ ਤਰ੍ਹਾਂ ਦੇ ਲੱਛਣ ਆਉਂਦੇ ਹਨ। ਸੋ ਦੂਜਾ ਕੁਐਸਚਨ ਕੀ ਹੈ ਕਿ ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ, ਵਟ ਆਰ ਦ ਡਿਫਰੈਂਟ ਟਾਈਪਸ ਆਫ ਸਟ੍ਰੋਕਸ। ਬ੍ਰੋਡਲੀ ਸਟ੍ਰੋਕ ਦੋ ਤਰ੍ਹਾਂ ਦਾ ਹੁੰਦਾ ਹੈ, ਵਨ ਇਜ਼ ਇਸਕੈਮਿਕ ਸਟ੍ਰੋਕ ਐਂਡ ਵਨ ਇਜ਼ ਹੈਮਰੇਜਿਕ ਸਟ੍ਰੋਕ। ਹੈਮਰੇਜਿਕ ਸਟ੍ਰੋਕ ਮਤਲਬ ਜਦੋਂ ਦਿਮਾਗ ਦੇ ਵਿੱਚ ਖੂਨ ਦੀ ਨਾੜੀ ਫਟ ਜਾਵੇ। ਇਸਕੈਮਿਕ ਸਟ੍ਰੋਕ ਮਤਲਬ ਜਦੋਂ ਦਿਮਾਗ ਦੇ ਵਿੱਚ ਖੂਨ ਦੀ ਨਾੜੀ ਬਲੌਕ ਹੋ ਜਾਏ ਔਰ ਦਿਮਾਗ ਦੇ ਕਿਸੇ ਹਿੱਸੇ ਨੂੰ ਖੂਨ ਨਾ ਜਾਵੇ ਔਰ ਉਹ ਹਿੱਸਾ ਡੈਡ ਹੋ ਜਾਏ। ਇਸਕੈਮਿਕ ਸਟ੍ਰੋਕ ਕੰਸਟੀਟਿਊਟਸ 85% ਆਫ ਆਲ ਸਟ੍ਰੋਕਸ, ਮਤਲਬ ਕੁੱਲ ਮਿਲਾ ਕੇ 80 ਤੋਂ ਲੈ ਕੇ 85% ਜਿੰਨੇ ਵੀ ਸਟ੍ਰੋਕਸ ਹੁੰਦੇ ਹੈਗੇ ਆ ਉਹ ਇਸਕੈਮਿਕ ਸਟ੍ਰੋਕਸ ਹੁੰਦੇ ਆ। ਸੋ ਇਹ ਜ਼ਿਆਦਾ ਕਾਮਨ ਹੈਗਾ ਹੈਮਰੇਜਿਕ ਸਟ੍ਰੋਕ ਨਾਲ। ਸੋ ਆਪਣਾ ਦੈਨ ਨੈਕਸਟ ਕੁਐਸਚਨ ਆਉਂਦਾ ਹੈਗਾ ਕਿ ਸਾਨੂੰ ਸਟ੍ਰੋਕ ਯਾਨੀ ਕਿ ਬ੍ਰੇਨ ਅਟੈਕ ਬਾਰੇ ਜਾਣਨਾ ਜ਼ਰੂਰੀ ਹੀ ਕਿਉਂ ਹੈ? ਤਿੰਨ ਕਾਰਨਾਂ ਕਾਰਨ। ਕਿਉਂਕਿ ਸਟ੍ਰੋਕ ਇਜ਼ ਦਾ ਮੋਸਟ ਕਾਮਨ ਕਾਜ਼ ਆਫ ਡਿਸੇਬਿਲਿਟੀ, ਅਪੰਗਤਾ ਦਾ ਮੋਸਟ ਕਾਮਨ ਕਾਰਨ ਸਟ੍ਰੋਕ ਹੈ। ਦੂਜਾ, ਇਟ ਇਜ਼ ਦਾ ਸੈਕਿੰਡ ਮੋਸਟ ਕਾਮਨ ਕਾਜ਼ ਆਫ ਮੋਰਟੈਲਿਟੀ ਔਰ ਡੈਥ। ਦੁਨੀਆ ਵਿੱਚ ਹਾਰਟ ਅਟੈਕ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਸਟ੍ਰੋਕ ਜਾਂ ਬ੍ਰੇਨ ਅਟੈਕ ਦੇ ਕਾਰਨ ਹੁੰਦੀ। ਤੀਜਾ, ਇੰਡੀਆ ਦੇ ਵਿੱਚ ਹਰ ਸਾਲ 15 ਲੱਖ ਲੋਕਾਂ ਨੂੰ ਸਟ੍ਰੋਕ ਹੁੰਦਾ ਹੈ ਔਰ ਹਰ ਦਿਨ ਅਰਾਊਂਡ 4000 ਤੋਂ ਲੈ ਕੇ 5000 ਲੋਕਾਂ ਨੂੰ ਸਟ੍ਰੋਕ ਹੁੰਦਾ ਹੈ। ਕਹਿ ਸਕਦੇ ਹੋ 1 ਮਿੰਟ ਦੇ ਵਿੱਚ ਹਰ 1 ਮਿੰਟ ਦੇ ਵਿੱਚ ਇੰਡੀਆ ਦੇ ਵਿੱਚ 3 ਲੋਕਾਂ ਨੂੰ ਪੈਰਾਲਾਈਜ਼ ਦਾ ਅਟੈਕ ਆਉਂਦਾ ਹੈ ਔਰ ਹਰ 4 ਮਿੰਟਾਂ ਦੇ ਵਿੱਚ ਇੱਕ ਬੰਦੇ ਦੀ ਸਟ੍ਰੋਕ ਨਾਲ ਮੌਤ ਹੋ ਜਾਂਦੀ ਹੈ। ਸੋ ਥੀਸ ਆਰ ਵੈਰੀ ਅਲਾਰਮਿੰਗ ਫੈਕਟਸ। ਉਸ ਤੋਂ ਵੀ ਜ਼ਿਆਦਾ ਮਾੜੀ ਚੀਜ਼ ਕੀ ਹੈ ਕਿ ਸਾਨੂੰ ਸਟ੍ਰੋਕ ਦੇ ਲੱਛਣਾਂ ਦੇ ਬਾਰੇ ਪਤਾ ਨਹੀਂ ਹੈ। ਸਿਰਫ 20 ਤੋਂ ਲੈ ਕੇ 25% ਦੇ ਵਿੱਚ ਇੱਕ ਸਰਵੇ ਪਾਇਆ ਗਿਆ ਸੀ ਕਿ ਹਿੰਦੁਸਤਾਨੀਆਂ ਨੂੰ ਸਟ੍ਰੋਕ ਦੇ ਲੱਛਣਾਂ ਦੇ ਬਾਰੇ ਪਤਾ ਹੈ, ਜਦਕਿ ਲਗਭਗ ਸਾਰਿਆਂ ਨੂੰ ਹੀ ਪਤਾ ਹੁੰਦਾ ਹੈ ਛਾਤੀ ਵਿੱਚ ਦਰਦ ਹੋਈ ਜਾਂਦਾ ਮਤਲਬ ਬੰਦਾ ਸੋਚਦਾ ਹਾਰਟ ਅਟੈਕ ਹੋਇਆ, ਭਾਵੇਂ ਹੋਏ ਚੈਸਟ ਪੇਨ ਹੀ, ਭਾਵੇਂ ਗੈਸ ਦੇ ਕਾਰਨ ਹੁੰਦੀ ਹੋਵੇ ਜਾਂ ਕੋਈ ਚੈਸਟ ਟੈਂਡਰਨੈਸ ਦੇ ਕਾਰਨ ਹੁੰਦੀ ਹੋਵੇ। ਸੋ ਲੋਕਾਂ ਨੂੰ ਇਸ ਦੇ ਬਾਰੇ ਜਾਗਰੂਕਤਾ ਹੈ ਹੀ ਨਹੀਂ, ਇਸ ਲਈ ਅਸੀਂ ਇਹ ਮੁਹਿੰਮ ਛੇੜੀ ਹੈ। ਸੋ ਦੈਨ ਚੌਥਾ ਕੁਐਸਚਨ ਆਉਂਦਾ ਹੈ ਕਿ ਡਾਕਟਰ ਸਾਹਿਬ ਵਟ ਆਰ ਦਾ ਸਿੰਪਟਮਸ ਆਫ ਸਟ੍ਰੋਕ? ਅਸੀਂ ਕਿਵੇਂ ਪਛਾਣਾਂਗੇ ਕਿ ਇਹਨੂੰ ਸਟ੍ਰੋਕ ਹੋਇਆ? ਸਟ੍ਰੋਕ ਇੱਕਦਮ ਹੁੰਦਾ ਹੈ, ਯਕਦਮ ਹੁੰਦਾ ਹੈ, ਇਟਸ ਅ ਵੈਸਕੂਲਰ ਇਵੈਂਟ। ਸੋ ਯਕਦਮ ਸਰੀਰ ਦਾ ਇੱਕ ਪਾਸਾ ਚੱਲਣਾ ਬੰਦ ਹੋ ਜਾਏ ਜਾਂ ਕਮਜ਼ੋਰ ਹੋ ਜਾਏ, ਯਕਦਮ ਇੱਕ ਪਾਸਾ ਸੁੰਨ ਹੋ ਜਾਏ, ਸਰੀਰ ਦਾ ਇੱਕ ਪਾਸਾ ਸੁੰਨ ਹੋ ਜਾਏ, ਜਾਂ ਤੀਜਾ ਯਕਦਮ ਬੋਲਣ ਦੀ ਮੁਸ਼ਕਲ ਆਵੇ ਜਾਂ ਪੁੱਠਾ ਸਿੱਧਾ ਬੋਲੇ ਜਾਂ ਗੱਲ ਸਮਝਣਾ ਬੰਦਾ ਪੇਸ਼ੈਂਟ ਪਾ ਰਹੇ। ਚੌਥਾ, ਅਕਿਊਟ ਔਨਸੈਟ ਕਨਫਿਊਜ਼ਨ ਬਿਹੇਵੀਅਰ ਔਰ ਯਾਦਾਸ਼ਤ ਯਕਦਮ ਚਲੇ ਜਾਣਾ। ਪੰਜਵਾਂ, ਚੱਕਰ ਆਣੇ ਔਰ ਚੱਲਣ ਦੀ ਮੁਸ਼ਕਲ ਆਣੀ, ਨਾਲ ਦੋ ਦੇਖ ਰਹੇ, ਬੈਲੈਂਸ ਪ੍ਰੋਬਲਮ ਆਣੀ। ਛੇਵਾਂ, ਇੱਕ ਜਾਂ ਦੋਨੋਂ ਅੱਖਾਂ ਦੇ ਵਿੱਚ ਰੋਸ਼ਨੀ ਚਲੇ ਜਾਣੀ ਔਰ ਕਈ ਵਾਰ ਜਿਵੇਂ ਸਬਰੈਕਟੋਡ ਹੈਮਰੇਜ ਵਿੱਚ ਮਰੀਜ਼ ਨੂੰ ਯਕਦਮ ਸਿਰ ਦਰਦ ਹੁੰਦੀ ਹੈ, ਉਸ ਤੋਂ ਬੰਦਾ ਬੇਹੋਸ਼ ਹੋ ਜਾਂਦਾ ਹੈ। ਸੋ ਇਹ ਸੀਗੇ ਸਟ੍ਰੋਕ ਦੇ ਮੇਨ ਲੱਛਣ, ਸਿੰਪਟਮਸ। ਹੁਣ WHO ਨੇ ਨਿਮੋਨਿਕ ਵੀ ਬਣਾਇਆ ਹੈ ਫਾਸਟ, ਉਹਨੂੰ ਕਈ ਲੋਕਾਂ ਨੇ ਮੋਡੀਫਾਈ ਕਰਕੇ ਬੀ ਫਾਸਟ ਕਰਤਾ ਹੈ। ਬੀ ਫਾਸਟ ਮਤਲਬ ਬੈਲੈਂਸ ਪ੍ਰੋਬਲਮ, ਈ ਮਤਲਬ ਆਈ ਦੀ ਪ੍ਰੋਬਲਮ, ਅੱਖ ਦੀ ਨਜ਼ਰ ਕਮਜ਼ੋਰ ਹੋ ਜਾਣੀ, ਫੇਸ ਮਤਲਬ ਮੂੰਹ ਟੇਢਾ ਹੋ ਜਾਣਾ, ਇਹ ਮਤਲਬ ਆਰਮ ਵੀਕਨੈਸ ਜਾਂ ਲੈਗ ਵੀਕਨੈਸ, ਐਸ ਮਤਲਬ ਸਪੀਚ ਪ੍ਰੋਬਲਮ, ਬੋਲਣ ਦੀ ਮੁਸ਼ਕਲ ਆਣੀ, ਔਰ ਟਾਈਮ ਮਤਲਬ ਫਟਾਫਟ ਤੁਸੀਂ ਜਲਦੀ ਤੋਂ ਜਲਦੀ ਇੱਕ ਸਟ੍ਰੋਕ ਰੈਡੀ ਹਸਪੀਟਲ ਵਿੱਚ ਪਹੁੰਚ ਜਾਓ। ਸੋ ਇਹ ਨਿਮੋਨਿਕ ਹੈਗਾ ਬੀ ਫਾਸਟ। ਸੋ ਫਿਰ ਨੈਕਸਟ ਕੁਐਸਚਨ ਆਉਂਦਾ ਡਾਕਟਰ ਸਾਹਿਬ ਕਿ ਅਸੀਂ ਸਟ੍ਰੋਕ ਨੂੰ ਬਚਾਉਣਾ ਹੈ। ਸੋ ਵਟ ਆਰ ਦਾ ਰਿਸਕ ਫੈਕਟਰਸ ਫॉर ਸਟ੍ਰੋਕ? ਸੋ देयर आर 2 ਟਾਈਪਸ ਆਫ ਰਿਸਕ ਫੈਕਟਰ ਸਟ੍ਰੋਕ। ਇੱਕ ਜਿਹਨੂੰ ਅਸੀਂ ਮੋਡੀਫਾਈ ਕਰ ਸਕਦੇ ਹਾਂ, ਇੱਕ ਜਿਹਨੂੰ ਅਸੀਂ ਮੋਡੀਫਾਈ ਨਹੀਂ ਕਰ ਸਕਦੇ। ਹੁਣ ਕਿਹੜੇ ਫੈਕਟਰ ਜਿਹਨੂੰ ਮੋਡੀਫਾਈ ਨਹੀਂ ਕਰ ਸਕਦੇ? ਉਮਰ। ਜਿਵੇਂ ਜਿਵੇਂ ਉਮਰ ਵਧੀ ਜਾਂਦੀ ਹੈ ਸਟ੍ਰੋਕ ਦਾ ਇਨਸੀਡੈਂਸ ਵਧੀ ਜਾਂਦਾ ਹੈ, ਬਟ ਇੰਡੀਆ ਦੇ ਵਿੱਚ ਅਰਾਊਂਡ 20% ਲੋਕਾਂ ਨੂੰ ਪੈਰਾਲਾਈਜ਼ ਦਾ ਅਟੈਕ 50 ਸਾਲ ਦੀ ਉਮਰ ਤੋਂ ਥੱਲੇ ਆ ਜਾਂਦਾ ਹੈ।
ਸੋ ਆਲਦੋ ਇਨਸੀਡੈਂਸ ਉਮਰ ਨਾਲ ਵਧੀ ਜਾਂਦਾ ਹੈ, ਪਰ ਇੰਡੀਆ ਦੇ ਵਿੱਚ ਯੰਗ ਲੋਕਾਂ ਨੂੰ ਸਟ੍ਰੋਕ ਹੋ ਰਿਹਾ। ਸੈਕਿੰਡ, ਸੈਕਸ, ਫੀਮੇਲਸ ਵਿੱਚ ਜ਼ਿਆਦਾ ਚਾਂਸ ਹੈ ਪੈਰਾਲਾਈਜ਼ ਅਟੈਕ ਆਉਣ ਦੇ ਐਜ਼ ਕੰਪੇਅਰ ਟੂ ਮੇਲਸ। ਤੀਜਾ, ਸਪੈਸ਼ਲੀ ਕੁਝ ਰੇਸਿਸ ਹੁੰਦੀਆਂ, ਐਥਨਿਕ ਰੇਸਿਸ, ਜਿਵੇਂ ਬਲੈਕਸ ਹੁੰਦੇ ਹੈਗੇ, ਉਹਨਾਂ ਵਿੱਚ ਸਟ੍ਰੋਕ ਦੇ ਚਾਂਸਸ ਜ਼ਿਆਦਾ ਹੁੰਦੇ ਐਜ਼ ਕੰਪੇਅਰ ਟੂ ਵਾਈਟ ਪੀਪਲ। ਸੋ ਇਹ ਸੀ ਨੋਨ ਮੋਡੀਫਾਈਬਲ, ਯੂ ਕੈਨਟ ਮੋਡੀਫਾਈ ਇਟ। ਇੱਕ ਹੁੰਦੇ ਮੋਡੀਫਾਈਬਲ, ਜਿਹਨੂੰ ਤੁਸੀਂ ਚੇਂਜ ਕਰ ਸਕਦੇ ਹੋ। ਉਹਦੇ ਸਭ ਤੋਂ ਪਹਿਲੇ ਹੈ ਬਲੱਡ ਪ੍ਰੈਸ਼ਰ, ਦੂਜਾ ਹੈਗਾ ਸ਼ੂਗਰ, ਤੀਜਾ ਹੈਗਾ ਕੋਲੇਸਟ੍ਰੋਲ ਲੈਵਲ, ਹਾਈ ਕੋਲੇਸਟ੍ਰੋਲ ਲੈਵਲ, ਚੌਥਾ ਹੈਗਾ ਸਮੋਕਿੰਗ, ਪੰਜਵਾਂ ਹੈਗਾ ਹਾਰਟ ਦੀਆਂ ਡਿਜ਼ੀਜ਼ ਲਾਈਕ ਏਟਰ ਫਿਬ੍ਰਿਲੇਸ਼ਨ, ਰਿਦਮ ਇਰੈਗੂਲਰ ਹੋਣੀ, ਲੈਫਟ ਵੈਂਟ੍ਰੀਕਲ ਥ੍ਰੋਮਬਸ ਹੋਣਾ, ਜਾਂ ਹੋਰ ਕੁਝ ਹਾਰਟ ਦੀਆਂ ਪ੍ਰੋਬਲਮਸ ਹੁੰਦੀਆਂ ਜਿਹਨਾਂ ਬ੍ਰੇਨ ਦੇ ਸਟ੍ਰੋਕ ਦੇ ਚਾਂਸਸ ਵੱਧਦੇ ਹੈ। ਐਂਡ ਛੇਵਾਂ, ਜੋ ਅੱਜ ਦੀ ਡੇਟ ਤੇ ਬਹੁਤ ਜ਼ਿਆਦਾ ਕਾਮਨ ਵਧੀ ਜਾਂਦਾ ਪਿਆ, ਓਬੇਸਿਟੀ, ਲੈਕ ਆਫ ਫਿਜ਼ੀਕਲ ਐਕਟੀਵਿਟੀ, ਲੈਕ ਆਫ ਐਕਸਰਸਾਈਜ਼। ਇਨਫੈਕਟ 2020 ਦੇ ਵਿੱਚ ਜਦੋਂ ਵਰਲਡ ਸਟ੍ਰੋਕ ਡੇ ਸੀਗਾ, ਉਹਦਾ ਮੋਟੋ ਵੀ ਇਹ ਸੀਗਾ ਕਿ ਪੇਸ਼ੈਂਟ ਨੂੰ ਸਮਝਾਓ ਕਿ ਲੈਟਸ ਮੂਵ, ਫਿਜ਼ੀਕਲੀ ਮੂਵ ਕਰੀਏ, ਅਸੀਂ ਫਿਜ਼ੀਕਲ ਐਕਟੀਵਿਟੀ ਕਰਨ ਨਾਲ ਸਟ੍ਰੋਕ ਦੇ ਚਾਂਸਸ ਘਟਦੇ ਹੈਗੇ। ਸੋ ਇਹ ਸਾਰੇ ਸੀਗੇ ਸਟ੍ਰੋਕ ਦੇ ਰਿਸਪੈਕਟਰਸ, ਬਹੁਤ ਮੋਡੀਫਾਈਬਲ ਐਂਡ ਨੋਨ ਮੋਡੀਫਾਈਬਲ। ਫਿਰ ਅਗਲਾ ਕੁਐਸਚਨ ਆਉਂਦਾ ਡਾਕਟਰ ਸਾਹਿਬ ਕਿ ਜੇ ਕਿਸੇ ਨੂੰ ਸਟ੍ਰੋਕ ਹੁੰਦਾ ਅਸੀਂ ਡਾਇਗਨੋਸ ਕਿਵੇਂ ਕਰਦੇ ਹਾਂ? ਸੋ ਸਟ੍ਰੋਕ ਅਸੀਂ ਕਿਵੇਂ ਡਾਇਗਨੋਸ ਕਰਦੇ ਹਾਂ? ਅਸੀਂ ਡਾਇਗਨੋਸ ਕਰਦੇ ਹਾਂ ਔਨ ਦਾ ਬੇਸਿਸ ਆਫ ਸਿੰਪਟਮਸ ਐਂਡ ਸਪੈਸ਼ਲੀ ਨਿਊਰੋ ਇਮੇਜਿੰਗ, ਸੀਟੀ ਸਕੈਨ ਜਾਂ ਐਮਆਰਆਈ ਕਰਕੇ ਕਰਦੇ। ਬੜੇ ਲੋਕੀ ਕੁਐਸਚਨ ਪੁੱਛਦੇ ਡਾਕਟਰ ਸਾਹਿਬ ਕਿ ਤੁਸੀਂ ਸੀਟੀ ਸਕੈਨ ਐਮਆਰਆਈ ਕਿਉਂ ਕਰਾਉਂਦੇ ਹੋ ਇਸ ਪੇਸ਼ੈਂਟਸ ਵਿੱਚ? ਸੀਟੀ ਸਕੈਨ ਐਮਆਰਆਈ ਅਸੀਂ ਇਸ ਲਈ ਕਰਾਉਂਦੇ ਹਾਂ ਤਾਂ ਕਿ ਦੇਖਣ ਵਾਸਤੇ ਕਿ ਤੁਹਾਨੂੰ ਜਿਹੜਾ ਸਟ੍ਰੋਕ ਹੈਗਾ ਕਿਸ ਪ੍ਰਕਾਰ ਦਾ ਹੈ, ਉਹ ਇਸਕੀਮਿਕ ਸਟ੍ਰੋਕ ਹੈ, ਉਹ ਹੈਮਰੇਜਿਕ ਸਟ੍ਰੋਕ ਹੈ, ਉਹ ਕਿਸ ਪ੍ਰਕਾਰ ਦਾ ਸਟ੍ਰੋਕ ਹੈ। ਹਾਂ, ਕਲੀਨਿਕਲੀ ਕਈ ਵਾਰ ਅਸੀਂ ਡਿਫਰੈਂਸ਼ੀਏਟ ਕਰਦੇ ਨੇ, there are various scales, but 100% sensitivity ਸੀਟੀ ਸਕੈਨ ਐਮਆਰਆਈ ਦੀ ਹੈ। ਸੋ ਇਸ ਲਈ ਉਹ ਕਰਾਉਣਾ ਜ਼ਰੂਰੀ ਹੈ ਟੂ ਡਿਫਰੈਂਸ਼ੀਏਟ ਬਿਟਵੀਨ ਇਸਕੀਮਿਕ ਐਂਡ ਹੈਮਰੇਜਿਕ ਸਟ੍ਰੋਕ, ਕਿਉਂਕਿ ਦੋਨਾਂ ਦੀ ਦਵਾਈਆਂ ਬਿਲਕੁਲ ਹੀ ਅਲੱਗ-ਅਲੱਗ ਹੈਗੀਆਂ। ਫਿਰ ਨੈਕਸਟ ਕੁਐਸਚਨ ਆਉਂਦਾ ਹੈ ਕਿ ਸਟ੍ਰੋਕ, ਕਈ ਵਾਰ ਤੁਹਾਨੂੰ ਫੋਨ ਆਉਂਦਾ ਹੈ ਕਿ ਡਾਕਟਰ ਸਾਹਿਬ ਐਨਜੀ ਸਿੰਪਟਮ ਆਇਆ, ਸਟ੍ਰੋਕ ਦੇ ਸਿੰਪਟਮ ਆਏ, ਕੀ ਕਰੀਏ? ਦੇਖੋ, ਜੇ ਸਟ੍ਰੋਕ ਦੇ ਸਿੰਪਟਮ ਆਇਆ, ਪੈਨਿਕ ਕੁਛ ਨਹੀਂ ਕਰਨਾ। ਸਭ ਤੋਂ ਪਹਿਲਾਂ ਪੈਨਿਕ ਨਹੀਂ ਕਰਨਾ, ਰਿਕੋਗਨਾਈਜ਼ ਸਟ੍ਰੋਕ ਸਿੰਪਟਮਸ, ਔਰ ਉਸ ਤੋਂ ਬਾਅਦ ਤੁਸੀਂ ਸਾਡੀ ਸਟ੍ਰੋਕ ਹੈਲਪਲਾਈਨ ਨੰਬਰ ਅਮਨਦੀਪ ਮੈਡੀਸਿਟੀ ਨੂੰ ਫੋਨ ਕਰ ਸਕਦੇ ਹੋ। ਔਰ ਨਹੀਂ, ਜੇ ਤੁਸੀਂ ਦੂਰ ਹੈਗੇ ਕਿਤੇ, ਤਾਂ ਤੁਸੀਂ ਕਿਸੇ ਇਹੋ ਜਿਹੇ ਹਸਪੀਟਲ ਜਾ ਸਕਦੇ ਹੋ ਜਿੱਥੇ ਇਨ ਹਾਊਸ ਨਿਊਰੋ ਫਿਜ਼ੀਸ਼ੀਅਨ ਹੋਣ ਔਰ ਇਨ ਹਾਊਸ ਹੀ ਸੀਟੀ ਸਕੈਨ ਐਮਆਰਆਈ ਹੋਵੇ, ਤਾਂ ਕਿ ਤੁਹਾਡਾ ਫਟਾਫਟ ਸਟ੍ਰੋਕ ਨੂੰ ਡਾਇਗਨੋਸ ਕੀਤਾ ਜਾ ਸਕੇ, ਉਸ ਦੇ ਪ੍ਰਕਾਰ ਨੂੰ ਡਾਇਗਨੋਸ ਕੀਤਾ ਜਾ ਸਕੇ, ਉਸ ਨਾਲ ਇਲਾਜ ਕੀਤਾ ਜਾ ਸਕੇ। ਨੈਕਸਟ ਕੁਐਸਚਨ ਆਉਂਦਾ ਹੈ ਕਿ ਇਹਦੀ ਟ੍ਰੀਟਮੈਂਟ ਕੀ ਹੁੰਦੀ ਹੈ ਸਟ੍ਰੋਕ ਦੀ? ਹੁਣ ਸਟ੍ਰੋਕ ਦੀ ਟ੍ਰੀਟਮੈਂਟ ਵਾਸਤੇ ਪਹਿਲੇ ਅਸੀਂ ਲੱਭਣਾ ਬਹੁਤ ਜ਼ਰੂਰੀ ਹੈ ਕਿ ਕਿਸ ਪ੍ਰਕਾਰ ਦਾ ਸਟ੍ਰੋਕ ਹੈ, ਇਸਕੀਮਿਕ ਸਟ੍ਰੋਕ ਹੈ, ਹੈਮਰੇਜਿਕ ਸਟ੍ਰੋਕ ਹੈ। ਹੈਮਰੇਜਿਕ ਸਟ੍ਰੋਕ ਹੈ ਤਾਂ ਅਸੀਂ ਸਿੰਪਲ ਬੀਪੀ ਨੂੰ ਕੰਟਰੋਲ ਕਰਨਾ ਹੈਗਾ, ਦਿਮਾਗ ਦਾ ਜੇ ਪ੍ਰੈਸ਼ਰ ਵਧਿਆ ਉਹਨੂੰ ਕੰਟਰੋਲ ਕਰਨਾ ਹੈਗਾ। ਤੇ ਜੇ ਕੋਈ ਸਾਨੂੰ ਕਾਰਨ ਲੱਭਣਾ ਹੈ ਕਿ ਇਹ ਕਿਉਂ ਬ੍ਰੇਨ ਹੈਮਰੇਜ ਹੋਈ ਹੈ, ਕੋਈ ਨਾਲੀ ਤਾਂ ਨਹੀਂ ਸੀਗੀ ਫਟੀ, ਕੋਈ ਥੈਲੀ ਤਾਂ ਨਹੀਂ ਸੀ ਜਿਹੜੀ ਫਟੀ ਹੋਈ, ਕੋਈ ਵੀ ਮਾਲਫਾਰਮੇਸ਼ਨ, ਡਿਵੈਲਪਮੈਂਟਲ ਮਾਲਫਾਰਮੇਸ਼ਨ ਉਹ ਤਾਂ ਨਹੀਂ ਸੀਗੀ। ਤੇ ਜੇ ਇਸਕੀਮਿਕ ਸਟ੍ਰੋਕ ਹੈ ਤਾਂ ਫਿਰ ਅਸੀਂ 4.5 ਘੰਟੇ ਦੇ ਵਿੱਚ ਇੱਕ ਟੀਕਾ ਲੱਗਦਾ ਹੈ ਜਿਹਨੂੰ ਬੋਲਦੇ ਹਾਂ ਅਸੀਂ ਐਲਟੀਪਲੇਸ, ਕਲੋਟ ਬਰਸਟ ਥੈਰੇਪੀ ਜਿਹੜੀ ਹੁੰਦੀ ਹੈ ਕਿ ਥ੍ਰੋਮਬੋਲਿਟਿਕ ਥੈਰੇਪੀ ਹੁੰਦੀ ਹੈ। ਉਹ ਟੀਕੇ ਨਾਲ ਜਿਹੜੀ ਦਿਮਾਗ ਦੀ ਨਾੜੀ ਜਿਹੜੀ ਬਲੋਕ ਹੋਈ ਹੁੰਦੀ ਹੈ ਉਹ ਖੁੱਲ ਜਾਂਦੀ ਹੈ। ਉਹ ਟੀਕਾ ਸਿਰਫ 4.5 ਘੰਟੇ ਵਿੱਚ ਹੀ ਲੱਗਦਾ ਹੈ। ਮੈਂ ਇੱਕ ਜ਼ਰੂਰ ਗੱਲ ਸਮਝਾਵਾਂਗਾ ਕਿ ਤੁਸੀਂ 4.5 ਘੰਟੇ ਦੀ ਵੇਟ ਨਾ ਕਰੋ, ਕਿਉਂਕਿ ਉਹ ਟੀਕਾ ਜਿੰਨੀ ਜਲਦੀ ਲਗਾਓਗੇ ਉਨਾ ਹੀ ਵਧੀਆ ਉਹਦਾ ਅਸਰ ਹੋਏਗਾ। ਜਿੰਨਾ ਅਸਰ ਉਹ ਟੀਕੇ ਦਾ ਪਹਿਲੇ 90 ਮਿੰਟ ਵਿੱਚ ਹੁੰਦਾ, 1.5 ਘੰਟੇ ਵਿੱਚ, ਉਸ ਤੋਂ ਬਾਅਦ ਉਹਦਾ ਅਸਰ ਅੱਧਾ ਰਹਿ ਜਾਂਦਾ ਹੈ। ਸੋ ਡੋਂਟ ਵੇਟ ਫॉर 4.5 ਆਵਰਸ। ਅੱਜ ਕੱਲ੍ਹ ਇੰਡੀਅਨ ਟੀਕਾ ਟਿਨੈਕਟਿਸ ਵੀ ਆ ਗਿਆ ਜੋ ਸਸਤਾ ਹੈਗਾ, ਜੋ ਵਿਦਿਨ 3 ਆਵਰਸ ਲੱਗਦਾ ਹੈ, ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ। ਇੱਕ ਬੜੀ ਇੰਪੋਰਟੈਂਟ ਕੁਐਸਚਨ ਲੋਕ ਪੁੱਛਦੇ ਹੈਗੇ ਕਿ ਸਟ੍ਰੋਕ ਦੇ ਵਿੱਚ ਟਾਈਮ ਕਿਉਂ ਇੰਪੋਰਟੈਂਟ ਹੈ? ਇਨਫੈਕਟ ਇਹ ਇੱਕ ਬਹੁਤ ਵੱਡੀ ਫਰੇਜ਼ ਹੈ ਕਿ ਟਾਈਮ ਇਜ਼ ਬ੍ਰੇਨ। ਉਹ ਇਸ ਲਈ ਹੈ ਕਿਉਂਕਿ ਜਦੋਂ ਤੁਹਾਡੀ 1 ਮਿੰਟ ਵੀ ਦਿਮਾਗ ਦੀ ਨਾੜੀ ਬਲੋਕ ਹੁੰਦੀ ਹੈ ਤਾਂ ਤੁਹਾਡੇ 20 ਲੱਖ ਸੈੱਲ ਮਰ ਜਾਂਦੇ। ਸੋ ਇੱਕ ਮਿੰਟ ਕੀਮਤੀ ਹੈ। ਸੋ ਡੋਂਟ ਵੇਸਟ ਟਾਈਮ। ਸੋ ਇਸ ਤੋਂ ਅਗਲਾ ਕੁਐਸਚਨ ਆਉਂਦਾ ਹੈ ਕਿ ਡਾਕਟਰ ਸਾਹਿਬ ਫਿਰ ਨੋਰਮਲੀ ਲੋਕੀ ਕੀ ਗਲਤੀਆਂ ਕਰਦੇ ਹਨ? ਜੋ ਮੈਂ ਪਾਇਆ ਆਪਣੇ ਪਿਛਲੇ 10 ਸਾਲ ਦੇ ਐਕਸਪੀਰੀਅੰਸ ਦੇ ਲੋਕੀ ਕੀ ਗਲਤੀਆਂ ਕਰਦੇ ਹਨ? ਇੱਕ ਤਾਂ ਸਭ ਤੋਂ ਪਹਿਲੀ ਗਲਤੀ ਕਰਦੇ ਆ, ਸਟ੍ਰੋਕ ਦੇ ਸਿੰਪਟਮਸ ਉਹਨਾਂ ਨੂੰ ਪਤਾ ਨਹੀਂ ਹੁੰਦੇ, ਇਸ ਲਈ ਉਹ ਸਟ੍ਰੋਕ ਰਿਕੋਗਨਾਈਜ਼ ਨਹੀਂ ਕਰਦੇ, ਉਹ ਘਰ ਬੈਠੇ ਰਹਿੰਦੇ। ਦੂਜਾ, ਜੇ ਉਹਨਾਂ ਨੂੰ ਪਤਾ ਵੀ ਚੱਲ ਜਾਏ ਸਟ੍ਰੋਕ ਹੈ, ਉਹ ਡਾਕਟਰਸ ਦੇ ਕਲੀਨਿਕ ਚਲੇ ਜਾਂਦੇ, ਕਲੀਨਿਕ ਦੇ ਬਾਹਰ ਵੇਟਿੰਗ ਤੇ ਲੱਗ ਜਾਂਦੇ ਆ, ਕਿਉਂਕਿ ਉਹਨਾਂ ਨੂੰ ਰਿਅਲਾਈਜ਼ ਨਹੀਂ ਹੁੰਦਾ ਕਿ ਟਾਈਮ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ। ਜਾਂ ਕਈ ਵਾਰ ਡਾਕਟਰ ਵੀ ਉਹਨਾਂ ਨੂੰ ਸਿੱਧੀ ਐਮਆਰਆਈ ਲਈ ਭੇਜ ਦਿੰਦੇ ਆ। ਹੁਣ ਸਿੱਧੀ ਐਮਆਰਆਈ ਵੀ ਤੁਹਾਨੂੰ ਪਤਾ ਕਿੰਨਾ ਰਸ਼ ਹੁੰਦਾ ਹੈਗਾ। ਉਹ ਪੇਸ਼ੈਂਟ ਦੀ ਵਾਰੀ ਆਉਂਦੀ ਹੈ 5-5 6-6 ਘੰਟੇ ਬਾਅਦ, ਉਨੀ ਦੇਰ ਤੱਕ ਤੁਹਾਡਾ ਜਿਹੜਾ ਗੋਲਡਨ ਪੀਰੀਅਡ ਹੈ 4.5 ਘੰਟੇ ਉਹ ਨਿਕਲ ਜਾਂਦਾ। ਇਸ ਲਈ ਮੈਂ ਇਸ ਨੂੰ ਐਮਫਸਾਈਜ਼ ਕਰਾਂਗਾ ਕਿ ਜੇ ਤੁਹਾਨੂੰ ਲੱਗੇ ਕਿ ਸਟ੍ਰੋਕ ਨੂੰ, ਤੁਹਾਨੂੰ ਪੇਸ਼ੈਂਟ ਨੂੰ ਸਟ੍ਰੋਕ ਹੈਗਾ ਤਾਂ ਡੋਂਟ ਵੇਸਟ ਟਾਈਮ ਐਟ ਹੋਮ,
ਗੋ ਟੂ ਦੈਟ ਹਸਪੀਟਲ ਜਿਹਦੇ ਵਿੱਚ ਇਨ ਹਾਊਸ ਸੀਟੀ ਸਕੈਨ ਹੈਗਾ, ਇਨ ਹਾਊਸ MRI ਹੈਗਾ ਔਰ ਅੰਦਰ ਹੀ ਨਿਊਰੋ ਫਿਜ਼ੀਸ਼ੀਅਨ ਅਵੇਲੇਬਲ ਹੈਗਾ, ਤਾਂ ਕਿ ਤੁਹਾਡਾ ਟਾਈਮ ਬਚਾਇਆ ਜਾ ਸਕੇ। ਜੇ ਤੁਹਾਡਾ ਟਾਈਮ ਬਚਾਏਗਾ ਤਾਂ ਤੁਹਾਡੇ ਨਿਊਰੋਨਸ ਬਚਣਗੇ, ਤੁਹਾਡੇ ਦਿਮਾਗ ਦੇ ਸੈੱਲ ਬਚਣਗੇ ਤੇ ਤੁਹਾਡੀ ਰਿਕਵਰੀ ਦੇ ਚਾਂਸਸ ਵਧਣਗੇ, ਤੁਹਾਡੀ ਡਿਸੇਬਿਲਿਟੀ ਦੇ ਚਾਂਸਸ ਘਟਣਗੇ। ਸੋ ਅਗਲਾ ਕੁਐਸਚਨ ਕੀ ਹੈਗਾ? ਅਗਲਾ ਕੁਐਸਚਨ ਹੈਗਾ ਡਾਕਟਰ ਸਾਹਿਬ ਅਸੀਂ ਇਹ ਸਟ੍ਰੋਕ ਨੂੰ ਕਿਵੇਂ ਪ੍ਰੀਵੈਂਟ ਕਰ ਸਕਦੇ ਹਾਂ? ਸੋ ਵਾਟ ਉਹ ਕਹਿੰਦੇ ਵੀ ਪ੍ਰੀਵੈਂਟ ਦਾ ਸਟ੍ਰੋਕ। ਪ੍ਰੀਵੈਂਸ਼ਨ ਦਾ ਕੰਮ ਬੜਾ ਆਸਾਨ ਹੈ। ਪਹਿਚਾਨੋ ਤੁਹਾਡੇ ਰਿਸਕ ਫੈਕਟਰਸ ਕੀ ਹੈ, ਉਹਨਾਂ ਨੂੰ ਕੰਟਰੋਲ ਕਰੋ। ਜੇ ਤੁਹਾਨੂੰ ਸ਼ੂਗਰ ਹੈ ਸ਼ੂਗਰ ਨੂੰ ਕੰਟਰੋਲ ਕਰੋ, ਜੇ ਬਲੱਡ ਪ੍ਰੈਸ਼ਰ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ, ਜੇ ਤੁਸੀਂ ਸਿਗਰਟ ਸ਼ਰਾਬ ਜ਼ਿਆਦਾ ਪੀਂਦੇ ਹੋ ਸਿਗਰਟ ਨੂੰ ਬਿਲਕੁਲ ਬੰਦ ਕਰ ਦਿਓ ਐਂਡ ਕੱਟ ਡਾਊਨ ਔਨ ਯੂਰ ਅਲਕੋਹਲ ਆਲਸੋ, ਠੀਕ ਹੈ। ਜੇ ਤੁਹਾਡੇ ਕੋਲੇਸਟ੍ਰੋਲ ਜ਼ਿਆਦਾ ਹੈ ਉਹਨਾਂ ਦਾ ਪੂਰਾ ਇਲਾਜ ਕਰੋ। ਜੇ ਤੁਸੀਂ ਮੋਟੇ ਹੋ ਤਾਂ ਪ੍ਰੋਪਰ 30 ਮਿੰਟ ਬਿਸਕ ਵਾਕ ਕਰਿਆ ਕਰੋ, ਫਿਜ਼ੀਕਲ ਐਕਟੀਵਿਟੀ ਕਰਨੀ ਸ਼ੁਰੂ ਕਰੋ, ਪਤਲੇ ਹੋਵੋ। ਸੋ ਪਲੱਸ ਇਹਦੇ ਨਾਲ ਡਾਕਟਰਸ ਨੂੰ ਸਲਾਹ ਲਵੋ। ਡਾਕਟਰ ਤੁਹਾਨੂੰ ਸੈਕੰਡਰੀ ਪ੍ਰੀਵੈਂਸ਼ਨ ਲਈ ਕੁਝ ਖੂਨ ਪਤਲੇ ਕਰਨ ਲਈ ਗੋਲੀ ਦੇਣਗੇ ਇਨ ਕੇਸ ਆਫ ਇਸਕੀਮਿਕ ਸਟ੍ਰੋਕ। ਹੁਣ ਇਹ ਖੂਨ ਪਤਲੇ ਕਰਨ ਗੋਲੀਆਂ ਵੀ ਬੜੇ ਪ੍ਰਕਾਰ ਦੀਆਂ ਹੁੰਦੀਆਂ। ਹੁਣ ਕਿਸੇ ਨੂੰ ਇੱਕ ਗੋਲੀ ਚੱਲਦੀ ਹੈ, ਕਿਸੇ ਨੂੰ 2 ਚੱਲਦੀਆਂ, ਕਿਸੇ ਨੂੰ 3 ਚੱਲਦੀਆਂ ਕੰਬੀਨੇਸ਼ਨ ਦੇ ਵਿੱਚ, ਠੀਕ ਹੈ। ਕੋਈ ਐਂਟੀ ਪਲੇਟਲੇਟ ਨੂੰ ਕਿਸੇ ਨੂੰ ਚਾਹੀਦੀ ਹੈ, ਕਿਸੇ ਨੂੰ ਐਂਟੀ ਕੋਗੂਲੈਂਟ ਚਾਹੀਦੀ ਹੈ। ਇਹ ਤੁਹਾਨੂੰ ਇੱਕ ਨਿਊਰੋ ਫਿਜ਼ੀਸ਼ੀਅਨ ਹੀ ਦੱਸ ਪਾਏਗਾ ਕਿ ਤੁਹਾਨੂੰ ਕਿੰਨੀ ਦੇਰ ਲਈ ਡਬਲ ਐਂਟੀ ਪਲੇਟਲੇਟ ਚਾਹੀਦੇ ਹੈ, ਕਿੰਨੀ ਦੇਰ ਲਈ ਸਿੰਗਲ ਐਂਟੀ ਪਲੇਟਲੇਟ ਚਾਹੀਦੇ ਹੈ, ਜਾਂ ਤੁਹਾਨੂੰ ਐਂਟੀ ਕੋਗੂਲੈਂਟ ਚਾਹੀਦੇ ਹੈ। ਇਸ ਲਈ ਇੱਕ ਵਾਰ ਜਦੋਂ ਤੁਹਾਨੂੰ ਸਟ੍ਰੋਕ ਹੁੰਦਾ ਹੈ ਉਹਦੀ ਪ੍ਰੀਵੈਂਸ਼ਨ ਹੋਈ ਬਹੁਤ ਜ਼ਰੂਰੀ ਹੈ ਤਾਂ ਕਿ ਦੂਜਾ ਰੀਕਰੈਂਟ ਸਟ੍ਰੋਕ ਨਾ ਹੋ ਸਕੇ। ਉਸ ਵਾਸਤੇ ਵੀ ਨਿਊਰੋ ਫਿਜ਼ੀਸ਼ੀਅਨ ਨੂੰ ਮਿਲੋ, ਲੇਟ ਨਾ ਕਰੋ, ਬਿਕੋਜ਼ ਸਟ੍ਰੋਕ ਸਭ ਤੋਂ ਜ਼ਿਆਦਾ ਡਿਸੇਬਲ ਕਰਦਾ ਬੰਦੇ ਨੂੰ, ਸਭ ਤੋਂ ਜ਼ਿਆਦਾ ਵਿਕਲਾਂਗਤਾ ਅਪੰਗਤਾ ਸਟ੍ਰੋਕ ਹੀ ਕਰਦਾ ਹੈ। ਸੋ ਜਾਣ ਤੋਂ ਪਹਿਲੇ ਇੱਕ ਹੋਰ ਕੁਐਸਚਨ ਮੈਨੂੰ ਕੱਲ ਕਿਸੇ ਨੇ ਪੇਸ਼ੈਂਟ ਨੂੰ ਪੁੱਛਿਆ ਕਿ ਸਰ ਵਾਟ ਇਜ਼ TIA, ਟ੍ਰਾਂਜ਼ੀਐਂਟ ਇਸਕੈਮਿਕ ਅਟੈਕ ਕੀ ਹੁੰਦਾ ਹੈ? ਉਹਨੂੰ ਟ੍ਰਾਂਜ਼ੀਐਂਟ ਇਸਕੈਮਿਕ ਅਟੈਕ ਹੋਇਆ ਸੀਗਾ, ਉਹ ਘਰ ਬੈਠਾ ਰਿਹਾ। ਉਸ ਤੋਂ ਬਾਅਦ ਉਹ ਬਾਬਾ ਜੀ ਕੋਲ ਚਲੇ ਗਏ, ਉਹਨਾਂ ਨੇ ਕੋਈ ਪੁੜੀ ਖਵਾਈ, ਉਸ ਤੋਂ ਬਾਅਦ ਕੱਲ ਉਹਨੂੰ ਪੂਰਾ ਪੈਰਾਲਾਈਜ਼ ਅਟੈਕ ਹੋ ਗਿਆ। ਹੁਣ ਟ੍ਰਾਂਜ਼ੀਐਂਟ ਇਸਕੈਮਿਕ ਅਟੈਕ ਹੁੰਦਾ ਜਿਸ ਵਿੱਚ ਬੰਦੇ ਦਾ ਇੱਕ ਪਾਸਾ ਕਮਜ਼ੋਰ ਹੋ ਜਾਂਦਾ ਪਰ ਵਿਦਿਨ 24 ਆਵਰਸ ਠੀਕ ਹੋ ਜਾਂਦਾ। ਸਰੀਰ ਦਾ ਇੱਕ ਪਾਸਾ 24 ਘੰਟੇ ਲਈ ਵਿਦਿਨ ਕਮਜ਼ੋਰ ਹੋ ਜਾਂਦਾ ਔਰ ਵਿਦਿਨ 24 ਆਵਰਸ ਠੀਕ ਹੋ ਜਾਂਦਾ। ਜ਼ਿਆਦਾ ਲੋਕਾਂ ਦਾ 1 ਜਾਂ 2 ਘੰਟੇ ਵਿੱਚ ਕਮਜ਼ੋਰ ਹੋ ਜਾਂਦਾ। ਹੁਣ ਹੁੰਦਾ ਕੀ ਹੈ? ਹੁੰਦਾ ਹੈ ਕਿ ਦਿਮਾਗ ਦੀ ਨਾੜੀ ਕੁਝ ਦੇਰ ਲਈ ਬਲੌਕ ਹੋਈ, ਉਹ ਦਿਮਾਗ ਦੇ ਇਸ ਨੇ ਕੰਮ ਕਰਨਾ ਬੰਦ ਕੀਤਾ ਔਰ ਫੋਰਚੂਨੇਟਲੀ ਲੱਕੀਲੀ ਆਪਣੇ ਆਪ ਹੀ ਉਹ ਦਿਮਾਗ ਦੀ ਨਾੜੀ ਖੁੱਲ ਗਈ, ਜਿਨ੍ਹਾਂ ਨੂੰ ਸਿੰਪਟਮਸ ਰਿਕਵਰ ਕਰ ਗਿਆ, ਉਹ ਠੀਕ ਹੋ ਗਿਆ। ਹੁਣ ਇਹ ਪੇਸ਼ੈਂਟ ਬੜੇ ਲੱਕੀ ਪੇਸ਼ੈਂਟ ਹੁੰਦੇ ਹੈਗੇ। ਇਹ ਸਾਰਿਆਂ ਨੂੰ ਮੌਕਾ ਨਹੀਂ ਮਿਲਦਾ। ਰੱਬ ਦਾ ਮੌਕਾ ਸਿਰਫ 10 ਤੋਂ ਲੈ ਕੇ 15% ਲੋਕਾਂ ਨੂੰ ਦਿੰਦਾ। ਸੋ ਸਟ੍ਰੋਕਸ ਆਰ ਪ੍ਰੋਸੀਡਡ ਬਾਈ TIAs ਇਨ ਓਨਲੀ 10 to 15% ਆਫ ਪੇਸ਼ੈਂਟ। ਇਹ 10 ਤੋਂ 15% ਪੇਸ਼ੈਂਟਸ ਨੂੰ ਇਹ ਜੋ ਰੱਬ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ ਇਹਦਾ ਵੇਸਟ ਨਹੀਂ ਕਰਨਾ ਚਾਹੀਦਾ। ਕੋਈ ਅਫੀਮ ਜੁੱਤੀ ਸੁੰਘਾਣਾ ਬਾਬਾ ਜੀ ਕੋਲ ਜਾਣ ਦੀ ਲੋੜ ਨਹੀਂ। ਸਿੰਪਲ ਤੁਸੀਂ ਡਾਕਟਰ ਕੋਲ ਜਾਵੋ, ਉਹਨੂੰ ਕਹੋ ਕਿ ਮੈਨੂੰ ਇਹ ਚੀਜ਼ ਹੋਈ ਸੀ, ਮੈਨੂੰ ਸਟ੍ਰੋਕ ਮਿਨੀ ਸਟ੍ਰੋਕ ਜਾਂ TIA ਹੋਇਆ, ਮੈਨੂੰ ਇਲਾਜ ਕਰੋ। ਉਹ ਡਾਕਟਰ ਤੁਹਾਨੂੰ ਫਿਰ ਉਸ ਤੋਂ ਬਾਅਦ ਦੇਖੇਗਾ ਕਿ ਤੁਹਾਡਾ ਰਿਸਕ ਫੈਕਟਰ ਕੀ ਹੈ, ਤੁਹਾਡੇ ਰਿਸਕ ਫੈਕਟਰ ਨੂੰ ਕੰਟਰੋਲ ਕਰੇਗਾ, ਤੁਹਾਨੂੰ ਖੂਨ ਪਤਲੇ ਦੀ ਦਵਾਈਆਂ ਦੇ ਸਟਾਰਟ ਕਰੇਗਾ ਡਿਪੈਂਡਿੰਗ ਔਨ ਯੋਰ ਰਿਕੁਆਇਰਮੈਂਟ। ਸੋ TIA ਦੇ ਪੇਸ਼ੈਂਟ ਨੂੰ ਸਪੈਸ਼ਲੀ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਜਦੋਂ ਆਪਣਾ ਮੌਕਾ ਦਿੱਤਾ ਉਹਨੂੰ ਵੇਸਟ ਨਾ ਕਰੋ। ਸੋ ਲਾਸਟਲੀ ਵਟ ਇਜ਼ ਦ ਟੇਕ ਹੋਮ ਮੈਸੇਜ? ਟੇਕ ਹੋਮ ਮੈਸੇਜ ਪਹਿਲਾ ਇਹ ਹੈ ਕਿ ਸਟ੍ਰੋਕ ਦੇ ਸਿੰਪਟਮਸ ਨੂੰ ਰਿਕੋਗਨਾਈਜ਼ ਕਰੋ। ਅੱਜ ਦੀ ਡੇਟ ਤੇ ਸਟ੍ਰੋਕ ਦੇ ਸਿੰਪਟਮਸ ਦੀ ਜਾਗਰੂਕਤਾ ਬਹੁਤ ਲੋਕਾਂ ਨੂੰ ਘੱਟ ਹੈ। ਇਹਨਾਂ ਨੂੰ ਵਧਾਓ ਕਿ ਸਾਰਿਆਂ ਨੂੰ ਦੱਸੋ ਕਿ ਇਹ ਸਟ੍ਰੋਕ ਦੇ ਲੱਛਣ ਹੈਗੇ। ਦੂਜਾ, ਜੇ ਸਟ੍ਰੋਕ ਕਿਸੇ ਨੂੰ ਲੱਗਦਾ ਹੋ ਗਿਆ ਤਾਂ ਉਹਨੂੰ ਐਸੇ ਹਸਪੀਟਲ ਲੈ ਕੇ ਜਾਓ ਜਿਹਦੇ ਅੰਦਰ ਹੀ CT ਸਕੈਨ MRI ਅਵੇਲੇਬਲ ਹੈ, ਨਾਲੇ ਅੰਦਰ ਹੀ ਨਿਊਰੋ ਫਿਜ਼ੀਸ਼ੀਅਨ ਅਵੇਲੇਬਲ ਹੈ, ਤਾਂ ਕਿ ਤੁਹਾਡਾ ਜਲਦੀ ਤੋਂ ਜਲਦੀ ਇਲਾਜ ਹੋ ਸਕੇ। ਜਿੰਨਾ ਜਲਦੀ ਇਲਾਜ ਹੋਏਗਾ ਉਨੇ ਹੀ ਚਾਂਸਿਸ ਤੁਹਾਡੀ ਡੈਥ ਦੇ ਔਰ ਡਿਸੇਬਿਲਿਟੀ ਦੇ, ਅਪੰਗਤਾ ਦੇ, ਵਿਕਲਾਂਗਤਾ ਦੇ ਘਟ ਜਾਣਗੇ। ਐਂਡ ਤੀਜਾ ਮੇਰਾ ਬੇਨਤੀ ਹੈਗੀ ਹੈ ਕਿ ਜੇ ਪੇਸ਼ੈਂਟ ਨੂੰ TIA ਹੋਇਆ ਹੈ, ਜਿਹੜਾ ਪੈਰਾਲਾਈਜ਼ ਅਟੈਕ ਆਪਣੇ ਆਪ 24 ਘੰਟੇ ਵਿੱਚ ਠੀਕ ਹੋ ਗਿਆ ਹੈ, ਉਹਨੂੰ ਇਹ ਬੇਨਤੀ ਹੈ ਕਿ ਉਹ ਆਪਣਾ ਟਾਈਮ ਵੇਸਟ ਨਾ ਕਰੇ, ਉਹ ਜਲਦੀ ਤੋਂ ਜਲਦੀ ਆਪਣੇ ਡਾਕਟਰ ਨੂੰ ਮਿਲ ਕੇ ਆਪਣੀ ਦਵਾਈਆਂ ਸਟਾਰਟ ਕਰੇ ਤਾਂ ਕਿ ਉਹਨੂੰ ਦੂਜਾ ਅਟੈਕ ਆਹੇ ਨਾ। ਸ਼ੁਕਰੀਆ, ਸਤਿ ਸ੍ਰੀ ਅਕਾਲ। ਹੁਣ ਅਸੀਂ ਨੈਕਸਟ ਆਪਣੀ ਮੁਹਿੰਮ ਦੇ ਤਹਿਤ ਆਪਣਾ ਨੈਕਸਟ ਟੌਪਿਕ ਆਫ ਡਿਸਕਸ਼ਨ ਹੋਏਗਾ ਹੈਡੇਕ, ਸਿਰ ਦਰਦ। ਥੈਂਕ ਯੂ।